ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ GN ਲਿਵ ਵਾਲੇ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ। ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਹੋਏ ਜ਼ਬਰਦਸਤ ਵਿਵਾਦ ਤੋਂ ਸੰਸਕਾਰ ਉਸ ਤੋਂ ਬਾਅਦ ਚ ਹੋਇਆ ਜੀ। ਬਿਲਕੁਲ ਪ੍ਰਵੀਨ ਜੀ, ਅੱਜ ਜਿੱਥੇ ਇਹ ਮਸਲਾ ਦੁਖਦ ਸੀ ਉੱਥੇ ਵਿਵਾਦਤ ਵੀ ਸੀ। ਤੇ ਜਦੋਂ ਦੁਖਦ ਮਾਮਲੇ ਵਿਵਾਦਤ ਹੋ ਜਾਂਦੇ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਦੁੱਖ ਹੋਰ ਵੀ ਵੱਧ ਜਾਂਦਾ ਹੈ। ਦਰਅਸਲ ਕੀ ਆ ਕਿ ਸੱਜਣ ਸਨੇਹੀ ਪਰਿਵਾਰ ਵਾਲੇ, ਤੁਹਾਨੂੰ ਪਤਾ ਹੀ ਆ, ਜਦੋਂ ਇਸ ਤਰ੍ਹਾਂ ਦੀ ਟ੍ਰੈਜਡੀ ਝੱਲਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਸ਼ੱਕ ਜਾਂਦਾ। ਆਪਣੇ ਵੀ ਕਿਤੇ ਪਿੰਡ ਦੇ ਵਿੱਚ ਮੌਤ ਹੋ ਜਾਵੇ ਸ਼ੱਕੀ ਹਾਲਤ ਦੇ ਵਿੱਚ, ਤੇ 36 ਕਿਸਮ ਦੇ ਸ਼ੱਕ ਸ਼ੁਬੇ ਜਿਹੜੇ ਆ ਉਹ ਇਧਰ ਉਧਰ ਕੀਤੇ ਜਾਂਦੇ ਆ। ਤਾਂ ਇਹ ਤੇ ਬੜਾ ਸਟਾਰ ਆਦਮੀ ਸੀ, ਤੁਹਾਨੂੰ ਪਤਾ ਹੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਬੰਦਾ, ਇਹ ਮੇਰੇ ਖਿਆਲ ਦੇ ਨਾਲ ਇਸ ਵੇਲੇ ਚਲੋ ਉਮਰ ਥੋੜੀ ਜਿਹੀ ਹੋ ਗਈ ਸੀ, 42-43 ਵਰਿਆਂ ਦਾ ਸੀ, ਪਰ ਜਦੋਂ ਪ੍ਰਵੀਨ ਜੀ ਇਹਨੇ ਬਾਡੀ ਬਿਲਡਿੰਗ ਸ਼ੁਰੂ ਕੀਤੀ, ਵੈਸੇ ਤੇ ਬਾਡੀ ਬਿਲਡਿੰਗ ਇਹਦੀ ਇਤਫਾਕਨ ਸਟਾਰਟ ਹੋਈ। ਇਹ ਕ੍ਰਿਕਟਰ ਬਣਨਾ ਚਾਹੁੰਦਾ ਸੀ ਘਰੇ, ਕਿਉਂਕਿ ਕਬੱਡੀ ਤੇ ਹਾਕੀ ਦਾ ਕਲਚਰ ਸੀ। ਇਹਨੂੰ ਐਥਲੈਟਿਕਸ ਚ ਪਾ ਦਿੱਤਾ, ਦੇਖੋ ਕਿਸਮਤ ਹੁੰਦੀ ਆ, ਤੇ ਬਾਡੀ ਬਿਲਡਿੰਗ ਵਾਲੇ ਪਾਸੇ ਆ ਗਿਆ। ਫਿਰ ਬਾਡੀ ਬਿਲਡਿੰਗ ਤੋਂ ਬਾਅਦ ਮਿਸਟਰ ਇੰਡੀਆ ਬਣ ਕੇ ਫਿਰ ਮਿਸਟਰ ਏਸ਼ੀਆ ਦਾ ਰਨਰ ਅਪ। ਤਾਂ ਮਤਲਬ ਕਿ ਬੰਦੇ ਦੀ ਕਮਾਲ ਫਿਰ ਤਾਂ ਹੋਈ ਆ ਕਿ ਬਾਲੀਵੁੱਡ ਤੱਕ ਗਿਆ, ਮਾਡਲਿੰਗ ਬੜੀ ਜ਼ਬਰਦਸਤ ਕੀਤੀ। ਤਾਂ ਕਬੱਡੀ ਵਨਸ ਅਗੇਨ ਇਹਦੀ ਫਿਲਮ ਆਈ ਸੀਗੀ, ਕਬੱਡੀ ਇੱਕ ਮੁਹੱਬਤ, ਉਸੇ ਟਾਈਮ ਜਿਹੜੀ ਆਈ ਸੀ ਦੇਵ ਖਰੋੜ ਦੀ, ਜਿਸਨੇ ਦੇਵ ਖਰੋੜ ਨੂੰ ਡਬੋ ਦਿੱਤਾ ਸੀਗਾ ਬਿਲਕੁਲ। ਤਾਂ ਮਤਲਬ ਇਹ ਇਕੱਠੀਆਂ ਹੀ ਆਈਆਂ ਸੀ ਅਗੜ ਪਿਛੜ। ਤਾਂ ਮਤਲਬ ਕਿ ਬੰਦੇ ਦੀ ਚੜਾਈ ਸੀਗੀ। ਔਰ ਮੇਰੇ ਖਿਆਲ ਦੇ ਨਾਲ ਇਹ ਆਪਣਾ ਦੇਸੀ ਅਰਨੋਲਡ ਕਹਿ ਲਓ, ਸਾਡੇ ਦੇਸੀਆਂ ਦਾ, ਤੇ ਜਿਹੜਾ ਵੈਜੀਟੇਰੀਅਨ ਸੀਗਾ, ਸ਼ਾਕਾਹਾਰੀ ਸੀਗਾ, ਵਰਕਆਊਟ ਬਹੁਤ ਤਗੜਾ ਸੀ ਬੰਦੇ ਦਾ। ਤਾਂ ਗੱਲ ਇਹ ਆ ਕਿ ਹੁਣ ਜਦੋਂ ਮਰ ਗਿਆ, ਸਰਜਰੀ ਕਰਵਾਉਣ ਗਿਆ, ਤੇ ਸਰਜਰੀ ਤੋਂ ਬਾਅਦ ਖਬਰ ਆਉਂਦੀ ਆ ਕਿ ਭਾਈ ਉਹਦੀ ਡੈਥ ਹੋ ਜਾਂਦੀ ਆ ਸਡਨਲੀ। ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਤਰ੍ਹਾਂ ਦੀ ਖਬਰ ਆਊਗੀ ਘਰ ਵਾਲੇ ਕਿੱਥੇ ਯਕੀਨ ਕਰਦੇ ਆ। ਤਾਂ ਮਤਲਬ ਕਿ ਕੁਝ ਚੀਜ਼ਾਂ ਤੇ ਸ਼ੱਕ ਹੋਇਆ ਉਹਨਾਂ ਨੂੰ। ਫਿਰ ਅੱਜ ਦੇਰ ਸ਼ਾਮ ਹੁਣ ਫੋਰਟਿਸ ਹਸਪਤਾਲ ਹੈ ਜਿਹੜਾ ਅੰਮ੍ਰਿਤਸਰ ਵਾਲਾ, ਉਹਨਾਂ ਨੇ ਸਾਫ਼ ਕਰ ਦਿੱਤਾ ਲਿਖਤ ਦੇ ਰੂਪ ਦੇ ਵਿੱਚ ਕਿ ਵੇਖੋ 3 ਵਜੇ ਅਸੀਂ ਸਰਜਰੀ ਜਿਹੜੀ ਉਹ ਡਨ ਕਰਤੀ ਸੀਗੀ, 3:35 ਤੇ ਕਾਰਡੀਅਕ ਅਰੈਸਟ ਹੋਇਆ, ਯਾਨੀ ਦਿਲ ਦਾ ਦੌਰਾ ਪਿਆ ਵਾ। ਤੇ ਉਸ ਤੋਂ ਬਾਅਦ ਫਿਰ 2 ਘੰਟੇ ਅਸੀਂ ਜਦੋਜਹਿਦ ਕਰਦੇ ਰਹੇ, 2 ਟੀਮਾਂ ਸਾਡੀਆਂ ਲੱਗੀਆਂ, 5:35 ਤੇ ਡਿਕਲੇਅਰ ਕਰ ਦਿੱਤਾ ਹੈ। ਹੁਣ ਉਹਨਾਂ ਨੇ ਸਾਰਾ ਵੇਰਵਾ ਜਾਰੀ ਕਰ ਦਿੱਤਾ। ਪਰ ਇੱਥੇ ਹੁਣ ਸਵਾਲ ਇਹ ਵੀ ਰਹੇਗਾ ਕਿ ਦੇਖੋ ਅੱਗੇ ਵੀ ਇਹਦੀ MRI ਹੋਈ ਆ, ਮੈਂ ਕੁਝ ਵੀਡੀਓਜ਼ ਕੱਢ ਕੇ ਦੇਖੀਆਂ, MRI ਦੀ ਵੀ ਵੀਡੀਓ ਉੱਥੇ ਪਈ ਆ, ਤੁਸੀਂ ਜਾ ਕੇ ਦੇਖ ਲੈਣਾ। ਫਿਰ ਇਹ ਤੋਂ ਇਲਾਵਾ ਇਹ ਵੀ ਇਸਦਾ ਦਾਅਵਾ ਸੀਗਾ ਘੁੰਮਣ ਦਾ ਕਿ ਮੈਨੂੰ ਟੇਸਟ ਆਉਣੋਂ ਹਟ ਗਿਆ, ਤੇ ਫਿਰ ਮੈਂ ਮਤਲਬ ਕਿ ਦੁਬਾਰਾ ਕਿਸੇ ਡਾਕਟਰ ਕੋਲ ਗਿਆ ਤਾਂ ਉਸਨੇ ਆਖਿਆ ਕਿ ਰੇਡੀਏਸ਼ਨ ਦਾ ਮਾਮਲਾ ਹੋ ਸਕਦਾ। ਪਰ ਦੂਜੇ ਪਾਸੇ ਜਿੱਥੇ ਇਹਦੇ ਦਰਦ ਸੀਗਾ ਸ਼ੋਲਡਰ ਦਾ, ਤਾਂ ਉਹ ਕਈ ਵਾਰ ਹੇਠਲੇ ਪਾਸੇ ਜੇ ਦਰਦ ਹੋਵੇ ਤੇ ਉਹ ਬਲੋਕੇਜ ਦਾ ਵੀ ਸੰਕੇਤ ਹੁੰਦਾ ਹਾਰਟ ਦਾ, ਇਹ ਵੀ ਨਾ ਭੁੱਲਣਾ ਤੁਸੀਂ। ਤੇ ਦੂਜੀ ਗੱਲ ਇਹ ਆ ਕਿ ਕੀ ਇਸ ਤਰ੍ਹਾਂ ਦੇ ਟੈਸਟ ਵਗੈਰਾ ਜਿਹੜੇ ਆ ਕਿ ਕਿਸੇ ਬੰਦੇ ਨੂੰ ਕੋਈ ਦਿਲ ਦੇ ਦੌਰੇ ਦਾ ਖਤਰਾ ਤੇ ਨਹੀਂ ਦੌਰਾਨੇ ਆਪਰੇਸ਼ਨ,
ਕਿ ਉਹ ਸਾਰਾ ਕੁਝ ਡਨ ਕੀਤਾ ਗਿਆ ਹੈ। ਇਹਦੇ ਤੇ ਹੁਣ ਕੁਝ ਸਵਾਲਾਂ ਤੇ ਹੈਗੇ ਆ, ਜੇ ਸਾਰਾ ਕੁਝ ਕਲੀਅਰ ਕਰ ਦਿੱਤਾ ਗਿਆ ਤਾਂ ਹਾਂ ਸਵਾਲ ਬਣੀ ਹੋ ਤਾਂ ਫਿਰ ਮੇਰੇ ਖਿਆਲ ਦੇ ਨਾਲ ਠੀਕ ਹੈ, ਠੀਕ ਹੈ। ਤਾਂ ਕਿਉਂਕਿ ਘਰਦਿਆਂ ਨੇ ਤੇ ਮੇਰੇ ਖਿਆਲ ਦੇ ਨਾਲ ਪੋਸਟਮਾਰਟਮ ਨਹੀਂ ਕਰਾਇਆ ਤੇ ਸੰਸਕਾਰ ਕਰ ਦਿੱਤਾ। ਤਾਂ ਜੀ। ਇਹ ਮਾਮਲਾ ਹੈ ਕਿ ਬਹੁਤ ਹੀ ਦੁਖਦ ਗੱਲਾਂ ਨੇ, ਤੇ ਦੁਖਦ ਗੱਲਾਂ ਚੋਂ ਹੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਈ ਅਸਲ ਦੇ ਵਿੱਚ ਗਾਂ ਦੀ ਗਾਂ ਗੱਲਾਂ ਚਲੇ ਜਾਂਦੀਆਂ। ਹੁਣ ਤੁਸੀਂ ਵੇਖੋ ਕਿ ਉਹ ਜਿਹੜਾ ਸਰਪੰਚ ਕਲਕੱਤਾ ਕਤਲ ਹੋਇਆ, ਤਾਂ ਉਹਦੇ ਵਿੱਚ ਜਿਹੜਾ ਧਰਨਾ ਲੱਗਿਆ ਸੀਗਾ, ਧਰਨਾ ਅੱਜ ਪਰਿਵਾਰ ਨੇ ਸਮਾਪਤ ਕਰ ਦਿੱਤਾ, ਪਰ ਉੱਥੇ ਜਿਹੜੀ ਕਮੇਟੀ ਬਣੀ ਆ, ਕਮੇਟੀ ਕਹਿੰਦੀ ਕਿ ਅਸੀਂ ਸਹਿਮਤ ਨਹੀਂ ਹੈਗੇ ਭਾਈ ਇਸ ਮਾਮਲੇ ਦੇ ਵਿੱਚ। ਤਾਂ ਜੀ, ਉਹਨਾਂ ਨੇ ਜੀ। ਕਿਹਾ ਕਿ ਪਰਿਵਾਰ ਜਾਂ ਤਾਂ ਦਬ ਗਿਆ ਜਾਂ ਇਹਨਾਂ ਨੇ ਸਮਝੌਤਾ ਕਰ ਲਿਆ। ਹੁਣ ਪਤਾ ਨਹੀਂ ਕਿ ਇਸ ਤਰ੍ਹਾਂ ਦੇ ਹਾਲਾਤ ਹੋਣਗੇ। ਖੈਰ ਸਵਾਲ ਤੇ ਰਹਿਣਗੇ, ਇਹਦੇ ਚ ਕੋਈ ਸ਼ੱਕ ਨਹੀਂ ਹੈ ਪ੍ਰਵੀਨ ਜੀ, ਪਰ ਦੇਖੋ ਮੇਰੇ ਖਿਆਲ ਦੇ ਨਾਲ ਠੀਕ ਹੈ, ਡਾਕਟਰ ਅਣਗਹਿਲੀ ਵੀ ਕਰ ਜਾਂਦੇ ਆ, ਹਸਪਤਾਲਾਂ ਤੇ ਛੱਤੀ ਕਿਸਮ ਦੇ ਇਲਜ਼ਾਮਾਤ ਵੀ ਲੱਗਦੇ ਆ। ਫੋਰਟਿਸ ਤੇ ਵੈਸੇ ਵੀ ਤੁਹਾਨੂੰ ਪਤਾ ਇਲਜ਼ਾਮਾਂ ਚ ਘਿਰਿਆ ਹੋਇਆ। ਜੇ ਆਪਾਂ ਦੇਖੀਏ ਜਸਵਿੰਦਰ ਭੱਲਾ ਦੀ ਡੈਥ ਉੱਥੇ, ਫਿਰ ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਰਾਜਵੀਰ ਚਵੰਦਾ ਦੀ ਡੈਥ ਉੱਥੇ, ਇੱਕ ਡੈਥ ਹੋਰ ਵੀ ਹੋਈ ਆ। ਤਾਂ ਮਤਲਬ ਕਿ ਫੋਰਟਿਸ ਦਾ ਤੇ ਵੈਸੇ ਵੀ ਇਸ ਵੇਲੇ ਬੜਾ ਜਿਵੇਂ ਕਹਿ ਲਓ ਕਿ ਪ੍ਰਚਾਰ ਜਿਹੜਾ ਸੋਸ਼ਲ ਮੀਡੀਆ ਤੇ ਨੈਗੇਟਿਵ ਹੁੰਦਾ ਹੈ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਹਸਪਤਾਲ ਆ ਜਿਹੜਾ ਉਹਦਾ ਪ੍ਰਬੰਧਕੀ ਢਾਂਚਾ ਜਾਂ ਡਾਕਟਰ ਜਿਹੜੇ ਆ ਉਹ ਇਹੋ ਜਿਹੇ ਮਾਮਲੇ, ਖਾਸ ਤੌਰ ਤੇ ਹਾਈ ਪ੍ਰੋਫਾਈਲ ਮਾਮਲੇ ਆ, ਕਿ ਉਹਨਾਂ ਦੇ ਵਿੱਚ 19-21 ਕਰਨਗੇ। ਇਹ ਮੇਰਾ ਮੰਨਣਾ ਹੈ, ਵਿਅਕਤੀਗਤ ਤੌਰ ਤੇ ਮੈਂ ਹੋ ਸਕਦਾ ਗਲਤ ਹੋਵਾਂ, ਪਰ ਕਈ ਵਾਰ ਚੀਜ਼ਾਂ ਜਿਹੜੀਆਂ ਡਾਕਟਰ ਦੇ ਜਾਂ ਮੈਡੀਕਲ ਸਾਇੰਸ ਦੇ ਹੱਥ ਦੇ ਵਿੱਚ ਵੀ ਨਹੀਂ ਰਹਿੰਦੀਆਂ। ਪਰ ਇਹ ਸਵਾਲ ਜ਼ਰੂਰ ਰਹੇਗਾ ਕਿ ਕੀ ਪ੍ਰੋਪਰ ਸਾਰਾ ਜਿਹੜੇ ਟੈਸਟ ਹੋਣੇ ਹੁੰਦੇ ਆ ਉਹ ਕੀਤੇ ਗਏ ਨੇ, ਕਰਵਾਏ ਗਏ ਨੇ। ਇਹ ਇੱਕ ਵੱਡਾ ਸਵਾਲ ਹੈ। ਹੁਣ ਉਹਨੂੰ ਤਫਸੀਲ ਨਾਲ ਜੇ ਪੜਾਂਗੇ, ਉਹ ਜਿਹੜਾ ਕਾਗਜ਼ ਇਹਨਾਂ ਨੇ ਦਿੱਤਾ ਵਾ ਹੁਣ, ਤਾਂ ਉਹਦੇ ਚ ਸ਼ਾਇਦ ਇਹ ਸਾਰੀਆਂ ਗੱਲਾਂ ਦੀ ਕਲੈਰਿਟੀ ਹੋਏਗੀ। ਜੀ ਬਿਲਕੁਲ। ਤੇ ਉਧਰ ਜੇ ਸਿਆਸੀ ਖਬਰਾਂ ਵੱਲ ਰੁਖ ਕਰੀਏ ਤਾਂ ਸਿੱਧੂ ਦਿੱਲੀ ਪਹੁੰਚ ਗਏ, ਕਹਿੰਦੇ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਅਸੀਂ ਕੁਝ ਹਫ਼ਤੇ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਹੀ ਗੱਲ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਵਾਰੀ, ਉਹ ਜਿਵੇਂ ਗਾਣਾ ਹੈ ਨਾ, ਨਹੀਂ ਉਹ ਹਾਰਿਆ ਹਾਲੇ ਤੇ ਜੱਟ ਪੂਰਾ ਕਾਇਮ ਆ, ਤੇ ਤੁਸੀਂ ਵੇਖ ਲਓ ਤੋਤੀਆ ਰੰਗ ਦੇ ਵਿੱਚ ਸਿੱਧੂ ਜੀ ਕਿਵੇਂ ਚਮਕ ਰਹੇ ਆ। ਤੇ ਮੈਂ ਉਸ ਦਿਨ ਇਹ ਗੱਲ ਕਰ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੀ ਪਾਰੀ ਕੋਈ ਖਤਮ ਨਹੀਂ ਹੋਈ, ਉਹਨਾਂ ਨੇ ਡਿਕਲੇਅਰ ਨਹੀਂ ਕੀਤੀ। ਪਰ ਗੱਲ ਇਹ ਆ ਕਿ ਉਹਨਾਂ ਦਾ ਫੌ ਨਹੀਂ ਪੈ ਰਿਹਾ। ਫੌ ਪੈਣ ਤੋਂ ਭਾਵ ਕੀ ਆ ਕਿ ਦਰਅਸਲ ਮੈਂ ਤੁਹਾਨੂੰ ਵਿਚਲੀ ਗੱਲ ਫਿਰ ਰਿਪੀਟ ਕਰ ਦੇਣਾ, ਜੇ ਤੁਹਾਨੂੰ ਨਾ ਪਤਾ ਹੋਵੇ ਜਾਂ ਕਿਸੇ ਨੂੰ ਵੀ ਨਾ ਪਤਾ ਹੋਵੇ, ਵੈਸੇ ਮੈਂ ਗੱਲ ਬਹੁਤ ਵਾਰੀ ਕਰ ਚੁੱਕਾ ਕਿ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਰਾਜਨੀਤੀ 'ਚ ਉਦੋਂ ਪੈਰ ਰੱਖਣਾ ਚਾਹੁੰਦੇ, ਖਾਸ ਤੌਰ ਤੇ ਕਾਂਗਰਸ ਵੱਲੋਂ, ਜਦੋਂ ਉਹਨਾਂ ਨੂੰ ਆਲਾ ਕਮਾਨ ਗ੍ਰੀਨ ਸਿਗਨਲ ਦੇਵੇਗਾ। ਉਹਨਾਂ ਦੇ ਕੋਲ ਆਪਣਾ ਇੱਕ ਰੋਡ ਮੈਪ ਹੈ ਤੇ ਉਹਦੇ ਵਿੱਚ ਕਈ ਬਿੰਦੂ ਨੇ। ਹਾਲਾਂਕਿ ਮੈਨੂੰ ਉਹਨਾਂ ਬਾਰੇ ਵੀ ਪਤਾ ਹੈ ਪ੍ਰਵੀਨ ਜੀ, ਪਰ ਮੈਂ ਰਿਵੀਲ ਨਹੀਂ ਕਰੂੰਗਾ ਕਿਸੇ ਦਾ ਵੀ ਕੋਈ ਇਦਾਂ ਦਾ ਪਲਾਨ ਜਿਹੜਾ ਮੇਰੇ ਖਿਆਲ ਦੇ ਨਾਲ, ਮੇਰੇ ਐਥਿਕਸ ਦੇ ਮੁਤਾਬਕ ਉਹ ਸਹੀ ਨਹੀਂ ਹੈ, ਕਿਉਂਕਿ ਰਣਨੀਤੀ ਹਰ ਇੱਕ ਬੰਦੇ ਦੀ ਹੁੰਦੀ ਆ। ਤਾਂ ਉਹ ਕੁਝ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਨਵਜੋਤ ਸਿੰਘ ਸਿੱਧੂ ਚਾਹੁੰਦੇ ਆ ਕਿ ਤੁਸੀਂ ਇਹਨਾਂ ਤੇ ਯੈਸ ਕਰ ਦਿਓ, ਐਗਰੀ ਹੋ ਜਾਓ, ਤੇ ਫਿਰ ਉਸ ਤੋਂ ਬਾਅਦ ਮੈਂ ਜਾਣਾ ਤੇ ਤੁਹਾਨੂੰ ਸਰਕਾਰ ਬਣਾ ਕੇ ਦੇ ਦੇਵਾਂਗੀ। ਠੀਕ ਹੈ ਨਾ ਜੀ। ਇਹ ਗੱਲ ਮੈਂ ਪਿਛਲੇ ਕੁਝ ਦਿਨਾਂ ਤੋਂ ਜਾਂ ਕੁਝ ਹਫ਼ਤਿਆਂ ਤੋਂ ਮੁਸਲਸਲ ਕਰ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਪਾਰੀ ਖਤਮ ਨਹੀਂ ਹੋਈ, ਖਤਮ ਨਹੀਂ ਹੋਈ। ਤਾਂ ਜਿਹੜੇ ਰੈਗੂਲਰ ਸੁਣਨ ਵਾਲੇ ਜਾਂ ਦਰਸ਼ਕ ਹੁੰਦੇ ਆ ਤੁਹਾਡੇ, ਤੋਂ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਗੱਲ ਫਲਾਣੇ ਦਿਨ ਕਹਿ ਦਿੱਤੀ ਗਈ ਸੀਗੀ। ਤਾਂ ਉਹਦਾ ਇੱਕ ਵੱਡਾ ਕਾਰਨ ਇਹ ਹੁੰਦਾ ਹੈ ਕਿ ਅੰਦਰ ਖਾਤੇ ਜਿਹੜੀਆਂ ਗੇਮਾਂ ਘੁੰਮਦੀਆਂ ਨੇ, ਕਈ ਵਾਰ ਸਾਡੇ ਕੰਨਾਂ ਤੱਕ ਉਹਨਾਂ ਦੀ ਸਾਰੀ ਜਿਹੜੀ ਸੁਗ ਬੁਗਾਹਟ ਹੈ, ਜੋ ਸਰਗੋਸ਼ੀ ਹੈ, ਉਹ ਪਹੁੰਚ ਜਾਂਦੀ ਹੈ। ਤਾਂ ਨਵਜੋਤ ਸਿੰਘ ਸਿੱਧੂ ਦਾ ਵੇਖੋ ਕਿ ਅੱਜ ਮਿਲਣਾ, ਫਿਰ ਇਹ ਕਹਿਣਾ ਮੇਰੇ ਮੈਂਟੋਰ, ਮੇਰਾ ਮਤਲਬ ਕਿ ਲਾਈਟ ਹਾਊਸ, ਤੇ ਮੇਰੇ ਨਾਲ ਔਖੇ ਵੇਲੇ ਖੜਨ ਵਾਲੇ, ਮਤਲਬ ਕਿ ਪ੍ਰਿਯੰਕਾ ਜੀ। ਦਰਅਸਲ ਨਵਜੋਤ ਸਿੰਘ ਸਿੱਧੂ ਹੈ ਹੀ ਪ੍ਰਿਯੰਕਾ ਕੈਂਪ ਦੇ। ਮੈਂ ਤੁਹਾਨੂੰ ਵਾਰ-ਵਾਰ ਕਹਿ ਦਿੰਦਾ ਹੁੰਦਾ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਭੈਣ ਤੇ ਭਰਾ ਦਾ ਕੈਂਪ ਹੈ। ਬੇਸ਼ੱਕ ਇਹਨਾਂ ਦੇ ਆਪਸ ਦੇ ਵਿੱਚ ਬੜੀ ਬੌਂਡਿੰਗ ਹੈ, ਬੜਾ ਜ਼ਬਰਦਸਤ ਸਨੇਹ ਹੈ, ਪਰੰਤੂ ਇਹਨਾਂ ਦੇ ਦੋਨਾਂ ਦੇ ਆਪੋ ਆਪਣੇ ਗਰੁੱਪ ਕੰਮ ਕਰਦੇ ਨੇ। ਨਵਜੋਤ ਸਿੰਘ ਸਿੱਧੂ ਜ਼ਿਆਦਾਤਰ ਪ੍ਰਿਯੰਕਾ ਗਰੁੱਪ ਦੇ ਸਮਝੇ ਜਾਂਦੇ ਆ, ਪਰ ਰਾਹੁਲ ਗਾਂਧੀ ਨਾਲ ਵੀ ਇਹਨਾਂ ਦੀ ਅੱਛੀ ਹੈਗੀ ਆ, ਬਣਾਉਂਦੀ ਆ। ਹੁਣ ਦੇਖਣਾ ਇਹ ਹੋਏਗਾ ਕਿ ਬਿਹਾਰ ਇਲੈਕਸ਼ਨ ਤੇ ਲੈ ਦੇ ਕੇ ਆਪਾਂ ਵੇਖੀਏ ਤੇ ਮਹੀਨਾ ਸਵਾ ਮਹੀਨਾ ਹੀ ਰਹਿ ਗਿਆ। ਹੁਣ ਬਿਹਾਰ ਇਲੈਕਸ਼ਨ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੋਏਗਾ ਤਾਂ ਨਵਜੋਤ ਸਿੰਘ ਸਿੱਧੂ ਵਾਸਤੇ ਕਿੱਦਾਂ ਸਪੇਸ ਬਣੇਗੀ? ਕਿਉਂਕਿ ਨਵਜੋਤ ਸਿੰਘ ਸਿੱਧੂ ਨਾਲ ਇਹ ਹੋਇਆ ਨਾ ਕਿ ਠੀਕ ਆ, ਨਵਜੋਤ ਸਿੰਘ ਸਿੱਧੂ ਪੈਸਾ ਕਮਾਉਣ ਚਲੇ ਗਏ, ਹੁਣ ਪੈਸਾ ਵਾਧੂ ਆ ਜੀ, ਤਾਂ ਹੀ ਨਵਜੋਤ ਸਿੰਘ ਸਿੱਧੂ
ਉਹ ਜਿਵੇਂ ਕਹਿੰਦੇ ਨਾ, ਤਿਆਰ ਹੈ ਜੱਟ ਖੁੱਤੀ ਪਾਉਣ ਨੂੰ, ਤਾਂ ਹੀ ਉਹ ਖੁੱਤੀ ਪਾਉਣ ਨੂੰ ਤਿਆਰ ਨੇ ਨਾ, ਕਿਉਂਕਿ ਹੂੰ, ਪੈਸੇ ਬਿਨਾਂ ਸਿਆਸਤ ਕਾਹਦੀ ਹੈ ਸਰ, ਸਰਮਾਏ ਬਿਨਾਂ ਸਿਆਸਤ ਨਹੀਂ ਹੁੰਦੀ। ਜੀ, ਤਾਂ ਬਿਲਕੁਲ। ਗੱਲ ਇਹ ਆ ਕਿ ਚੰਦ ਪੈਸੇ ਤੁਹਾਡੇ ਕੋਲ ਚਾਹੀਦੇ ਆ, 4 ਪੈਸੇ ਹੋਣਗੇ ਤੇ ਤਦੇ ਹੀ ਗੱਡੀ ਚੱਲਣੀ ਆ। ਤਾਂ ਸਿੱਧੂ ਹੂੰ, ਸਾਹਿਬ ਕੋਲ ਹੁਣ ਉਹ ਪੈਸਾ ਆ ਗਿਆ ਹੈ ਕਿ ਜਿਹੜਾ ਉਹ ਆਪਣੇ ਤੇ ਇਨਵੈਸਟ ਕਰ ਸਕਦੇ ਨੇ। ਤਾਂ ਪਰ ਇੱਕ ਨੁਕਸਾਨ ਜ਼ਰੂਰ ਹੋਇਆ ਕਿ ਸਿੱਧੂ ਸਾਹਿਬ ਦੀ ਘਰਵਾਲੀ ਨੇ ਜਿੱਦਾਂ ਕਿਹਾ ਕਿ ਮੈਂ ਅੰਮ੍ਰਿਤਸਰ ਈਸਟ ਤੋਂ ਇਲੈਕਸ਼ਨ ਲੜਾਂਗੀ, ਤਾਂ ਤੁਸੀਂ ਹੂੰ, ਦੇਖੋ ਕਿ ਉੱਥੇ ਪਹਿਲਾਂ ਹੀ ਡਿੰਪਾ ਬੈਠੇ ਨੇ, ਹੂੰ, ਜਸਵੀਰ ਸਿੰਘ ਡਿੰਪਾ ਬੈਠੇ ਆ। ਹੂੰ, ਤਾਂ ਪਰ ਦੂਸਰੇ ਪਾਸੇ ਇਹਨਾਂ ਦੇ ਜਿਹੜੇ ਲਾਗੇ ਬੰਦੇ ਦੇ ਸੀਗੇ, ਚਾਹੇ ਉਹ ਖੋਟੇ ਪਿੰਡ ਵਾਲੇ ਬਰਾੜ ਹੋਣ, ਚਾਹੇ ਹੂੰ, ਧਮਾਨ ਹੋਣ ਅਮਰਗੜ੍ਹ ਵਾਲੇ, ਹੂੰ, ਚਾਹੇ ਹੋਰ ਕੁਝ ਇੱਕ ਦੋ ਫੈਮਲੀਆਂ, ਉਹ ਸਾਰੀਆਂ ਤੇ ਗੁੱਠੇ ਲਾਤੀਆਂ, ਹੂੰ, ਉਹ ਸਾਰੇ ਤੇ ਹਾਸ਼ੀਏ ਤੇ ਧੱਕ ਦਿੱਤੇ ਨੇ ਨਾ। ਜੀ, ਤਾਂ ਗੱਲ ਇਹ ਹੈ ਕਿ ਜਦ ਤੱਕ ਨਵਜੋਤ ਸਿੰਘ ਸਿੱਧੂ ਨੂੰ ਉੱਥੋਂ ਥਾਪੜਾ ਨਹੀਂ ਮਿਲਦਾ, ਇੱਥੇ ਸਹਿਮਤੀ ਨਹੀਂ ਬਣਦੀ, ਤਾਂ ਹੂੰ, ਤੁਹਾਡੇ ਕੋਲ ਫਿਰ ਬੇਸ ਤੇ ਹੈ ਨਹੀਂ ਨਾ ਇਸ ਵੇਲੇ, ਤੁਹਾਡੇ ਜੀ, ਕੋਲ ਤੇ ਆਪਣੀ ਸੀਟ ਦਾ ਹੀ ਦਾਵਾ ਹੈ ਨਹੀਂ ਤਾਂ ਤਗੜਾ, ਜੀ, ਕਿਉਂਕਿ ਉਹਦੇ ਤੇ ਵੀ 2 ਦਾਅਵੇਦਾਰ ਹੋਰ ਨੇ, ਹੂੰ, ਡਿੰਪਾ ਭਾਊ ਤੇ ਇਸ ਤੋਂ ਇਲਾਵਾ ਇੱਕ ਇੰਪਰੂਵਮੈਂਟ ਟਰਸਟ ਦੇ ਸ਼ਾਇਦ ਸਾਬਕਾ ਚੇਅਰਮੈਨ ਹੁੰਦੇ ਸਨ, ਉਹ ਵੀ ਦਾਅਵਾ ਠੋਕ ਰਹੇ ਨੇ। ਤਾਂ ਕੁੱਲ ਮਿਲਾ ਕੇ ਸਿੱਧੂ ਸਾਹਿਬ ਜਦੋਜਹਿਦ ਕਰ ਰਹੇ ਨੇ, ਸਿੱਧੂ ਸਾਹਿਬ ਦੇਖ ਰਹੇ ਨੇ ਕਿ ਕੀ ਬਣੇਗਾ ਅੱਗੇ ਜਾ ਕੇ, ਕੀ ਹੋ ਸਕਦਾ ਹੈ, ਪਰੰਤੂ ਉਹਨਾਂ ਵਾਸਤੇ ਸੁਖਾਲਾ ਕੰਮ ਨਹੀਂ ਹੈ। ਦੇਖੋ, ਤਿਆਰੀ ਤੇ ਹਰੇਕ ਹੀ ਆਪਦੀ ਕਰਦਾ ਹੈ, ਬੁਣਤਾ ਤੇ ਹਰੇਕ ਬੰਦਾ ਹੀ ਬੁਣਦਾ ਹੈ ਕਿ ਹੂੰ, ਏਦਾਂ ਨਹੀਂ ਏਦਾਂ ਕਰ ਲਾਂਗੇ। ਗੱਲ ਤੇ ਇਹ ਹੈ ਨਾ ਕਿ ਮੌਕਾ ਕਿੱਦਾਂ ਦਾ ਆਉਂਦਾ, ਹਾਲਾਤ ਕਿੱਦਾਂ ਦੇ ਬਣਦੇ ਆ, ਉਹ ਸਾਰਾ ਕੁਝ ਉਹਨਾਂ ਚੀਜ਼ਾਂ ਤੇ ਮੁਨੱਸਰ ਕਰਦਾ, ਨਿਰਭਰ ਕਰਦਾ। ਹੂੰ, ਜੀ, ਬਿਲਕੁਲ, ਬਿਲਕੁਲ। ਤਿਆਰੀ ਤਾਂ ਸਾਰੇ ਲੀਡਰ ਹੀ ਕਰਦੇ ਆ, ਟਿਕਟਾਂ ਕਿਹੜਾ ਸਾਰਿਆਂ ਨੂੰ ਮਿਲਦੀਆਂ, ਜਿੱਤਦੇ ਕਿਹੜਾ ਸਾਰੇ ਹੀ ਹੈ। ਜੀ, ਤੇ ਏਪੀ ਢਿੱਲੋਂ ਦੇ ਘਰ ਤੇ ਜਿਹੜੀ ਫਾਇਰਿੰਗ ਹੋਈ ਸੀ ਮਿੰਟੂ ਜੀ, ਉਸ ਮਾਮਲੇ ਦੇ ਵਿੱਚ ਕੋਈ ਖੁਲਾਸਾ ਹੋਇਆ ਜੀ? ਦੇਖੋ, ਏਪੀ ਢਿੱਲੋਂ ਬਾਰੇ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਸ਼ੁਰੂਆਤ ਗੁਰਦਾਸ ਮਾਨ ਤੋਂ ਹੋਈ, ਤਾਂ ਅੱਜ ਇਹ ਪੀੜ੍ਹੀ ਹੈ ਜਿਹੜੀ ਮੌਜੂਦਾ ਪੀੜ੍ਹੀ ਆ, ਜਿਨ੍ਹਾਂ ਨੂੰ ਆਪਾਂ ਇੰਟਰਨੈਸ਼ਨਲ ਨੇਮ ਫੇਮ ਮਿਲਿਆ ਦੇਖਦੇ ਹਾਂ। ਕਰਨ ਔਜਲਾ ਹੋਇਆ, ਇਹ ਹੋਇਆ, ਇਸ ਤੋਂ ਪਿੱਛੇ ਚਲੇ ਜਾਓਗੇ ਤਾਂ ਸਿੱਧੂ ਮੂਸੇਵਾਲਾ ਹੋਇਆ, ਤਾਂ ਹੂੰ, ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਤੇ ਪ੍ਰਸਿੱਧੀ ਖੱਟੀ ਆ। ਹੰਸਰਾਜ ਹੰਸ ਵੀ ਉਹਨਾਂ 'ਚ ਸ਼ਾਮਲ ਸਨ, ਦਲੇਰ ਹੂੰ, ਮਹਿੰਦੀ ਵੀ। ਇਹ ਪੀੜ੍ਹੀ ਦਰ ਪੀੜ੍ਹੀ ਏਦਾਂ ਹੀ ਵਿਰਾਸਤ ਚੱਲੀ ਆ। ਤਾਂ ਕਹਿਣ ਦਾ ਮਤਲਬ ਇਹ ਕਿ ਸਟਾਰ ਬੰਦਾ ਹੈ ਏਪੀ ਢਿੱਲੋਂ। ਹੂੰ, ਹੂੰ, ਅੱਛਾ, ਹੋਇਆ ਕੀ ਕਿ 2 ਥਾਵਾਂ ਤੇ ਫਾਇਰਿੰਗ ਹੋਈ ਇਹਨਾਂ ਦੇ ਘਰ ਦੇ ਸਾਹਮਣੇ ਜਾਂ ਜੀ, ਘਰਾਂ ਦੇ ਸਾਹਮਣੇ। ਉਸ ਤੋਂ ਬਾਅਦ 2 ਬੰਦੇ ਕੈਨੇਡਾ 'ਚ ਫੜੇ ਗਏ ਸਨ। ਇੰਡੀਅਨ ਮੀਡੀਆ ਜੋ ਅੱਜ ਗੱਲਬਾਤ ਲਿਖ ਰਿਹਾ ਹੈ ਕਿ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇੱਕ ਸ਼ਰਮਾ ਜਿਹੜਾ ਉਹਨਾਂ ਦੇ ਵਿੱਚੋਂ ਸੀਗਾ, ਉਹ ਇੱਧਰ ਭੱਜ ਆਇਆ। ਹੂੰ, ਦੂਸਰੇ ਬਾਰੇ ਇਹ ਲਿਖਿਆ ਜਾ ਰਿਹਾ ਹੈ ਜੀ, ਕੈਨੇਡੀਅਨ ਕੁਝ ਜਿਹੜੇ ਮੀਡੀਆ ਹਾਊਸ ਨੇ ਉਹਨਾਂ ਦੇ ਹਵਾਲੇ ਦੇ ਨਾਲ, ਕਿ ਬੇਸਿਕਲੀ ਉਸ ਮੁੰਡੇ ਨੂੰ ਜਿਹਨੂੰ ਹੁਣ 6 ਸਾਲ ਦੀ ਕੈਦ ਆ, ਜਿਹੜਾ ਸਜ਼ਾ ਕੱਟ ਰਿਹਾ, ਸਜ਼ਾ ਯਾਫਤਾ ਹੈ, ਕਿ ਉਸ ਨੂੰ ਹਾਇਰ ਕੀਤਾ ਗਿਆ ਸੀਗਾ ਤੇ ਉਹਦੀ ਜ਼ਰੂਰਤ ਸੀ, ਕਿਉਂਕਿ ਪੜ੍ਹਾਈ ਲਿਖਾਈ ਵਾਸਤੇ ਉਹ ਗਿਆ ਸੀਗਾ, ਉਹਦੇ ਕੋਲ ਕੰਮਕਾਰ ਉਹਨਾਂ ਹੈ ਨਹੀਂ ਸੀ, ਖਰਚੇ ਸੀ, ਪਿੱਛੋਂ ਫੈਮਿਲੀ ਦਾ ਇੱਕ ਦਬਾਅ ਸੀਗਾ, ਜਿਹਦਾ ਆਪਾਂ ਨੂੰ ਪਤਾ ਹੀ ਹੈ ਨਾ ਪ੍ਰਵੀਨ ਜੀ, ਹੂੰ, ਕਿ ਹੂੰ, ਅੱਜ ਕੱਲ ਇਹ ਵੀ ਇੱਕ ਆਪਾਂ ਦੇਖਦੇ ਹਾਂ ਕਿ ਟੈਂਡੈਂਸੀ ਹੁੰਦੀ ਹੈ ਕਿ ਭਾਈ ਜਿਹੜਾ ਬੰਦਾ ਚਲਾ ਗਿਆ, ਇੱਧਰਲੇ ਕਈਆਂ ਨੂੰ ਲੱਗਦਾ ਹੈ ਕਿ ਭਾਈ ਬਸ ਉੱਥੇ ਤੇ ਮਾਰਾ ਮਾਰ ਲੱਗੀ ਆ, ਤਾਂ ਪੈਸਾ ਹੂੰ, ਚੋਖਾ ਲੱਗਦਾ ਬੱਚਿਆਂ ਤੇ, ਫਿਰ ਹੂੰ, ਕਰਜ਼ਾ ਵਰਜਾ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ, ਉਹਦਾ ਦਬਾਅ ਬਣਦਾ ਬੱਚੇ ਤੇ ਕਿ ਪਿੱਛੇ ਘਲਾਓ ਪੈਸੇ, ਉੱਥੇ ਵੀ ਸਰਵਾਈਵਲ ਬਹੁਤ ਔਖਾ ਕੰਮ ਹੈ। ਤਾਂ ਮਤਲਬ ਕਿ ਇਹਦੇ ਵਿੱਚੋਂ ਇੱਕ ਕਹਾਣੀ ਇਹ ਨਿਕਲੀ ਆ ਕਿ ਕੈਨੇਡਾ ਦੇ ਵਿੱਚ ਉਹ 6 ਸਾਲ ਵਾਸਤੇ ਸਜ਼ਾ ਯਾਫਤਾ, ਉਸ ਤੋਂ ਬਾਅਦ ਉਹਦੀ ਡਿਪੋਰਟੇਸ਼ਨ ਵੀ ਤੁਹਾਨੂੰ ਪਤਾ ਵੱਟ ਤੇ ਪਈ ਆ। ਗਾਂ ਕੀ ਹੂੰ, ਬਣੇਗਾ ਮੈਨੂੰ ਲੱਗਦਾ ਉਹ ਏਜੰਸੀਆਂ ਨੇ ਵੀ ਨਹੀਂ ਇੱਥੇ ਛੱਡਣਾ। ਤਾਂ ਹੂੰ, ਮਤਲਬ ਕਿ ਕਹਾਣੀ ਉਹਦੀ ਜਿਹੜੀ ਪੇਸ਼ ਹੋਈ ਆ, ਉਹਦੇ 'ਚ ਇਹੋ ਆ ਕਿ ਬਈ ਕਿਤੇ ਨਾ ਕਿਤੇ ਉਹਦੀਆਂ ਲੋੜਾਂ ਨੇ ਜਾਂ ਉਹਨੂੰ ਜਾਂ ਕਹਿ ਸਕਦੇ ਹਾਂ ਹਾਲਾਤਾਂ ਨੇ ਏਦਾਂ ਕਰਨ ਲਈ ਮਜਬੂਰ ਕਰ ਦਿੱਤਾ ਕਿ ਜ਼ਿੰਦਗੀ ਤਬਾਹ। ਹੂੰ, 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 ਪਰ ਮੈਂ ਇਹ ਚਲੋ ਮੈਨੂੰ ਇਧਰਲੇ ਹਾਲਾਤ ਦਾ ਉਹਨਾਂ ਨਹੀਂ ਪਤਾ ਪ੍ਰਵੀਨ ਜੀ, ਪਰ ਜੀ, ਇੱਥੇ ਮੇਰੇ ਖਿਆਲ ਦੇ ਨਾਲ ਮੈਂ ਇੱਕ ਦਿਨ ਇੱਕ ਆਈਪੀਐਸ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਵੀ ਮੈਨੂੰ ਇਹ ਚੀਜ਼ਾਂ ਦੱਸੀਆਂ, ਤਾਂ ਇੱਥੇ ਇਹੀ ਹਾਲ ਹੈ ਜੀ, ਪੰਜਾਬ ਦੇ ਵਿੱਚ। ਜ਼ਿਆਦਾ ਜਿਹੜੀਆਂ ਇਹ ਫਾਇਰਿੰਗ ਵਗੈਰਾ ਦੀਆਂ ਘਟਨਾਵਾਂ ਨੇ ਪ੍ਰਵੀਨ ਜੀ, ਉਹਦਾ ਇੱਕ ਵੱਡਾ ਕਾਰਨ ਆ ਕਿ ਇੱਥੇ ਇਹਨਾਂ ਦੇ ਜਿਹੜੇ ਫੁੱਟ ਸੋਲਜਰ ਆ, ਉਹ 5-5 ਹਜ਼ਾਰ 10-10 ਹਜ਼ਾਰ 'ਚ ਕੰਮ ਕਰਦੇ। ਕਿੱਦਾਂ ਕੰਮ ਕਰਦੇ ਆ? ਫਰਜ਼ ਕਰੋ ਕਿ ਬਾਹਰ ਬੈਠਾ ਇੱਕ ਵਿਅਕਤੀ, ਉਸਨੇ ਫਾਇਰਿੰਗ ਕਰਵਾਉਣੀ ਆ, ਉਹਦਾ ਜੀ, ਇੱਧਰ ਰਾਈਟ ਹੈਂਡ ਆ, ਹੂੰ, ਰਾਈਟ ਹੈਂਡ ਨੇ
ਮਤਲਬ ਕਿ ਅਸਲਾ ਅਰੇਂਜ ਕੀਤਾ। ਉਹਨੇ ਇੱਕ ਹਾਈਵੇ ਦੀ ਝਾੜੀ ਤੇ ਰੱਖ ਦਿੱਤਾ ਹੈ, ਕੋਲ ਮੀਲ ਪੱਥਰ ਆ। ਹੁਣ ਫੁੱਟ ਸੋਲਜਰ ਕੌਣ ਹੋਏਗਾ? ਉਹ ਕੋਈ ਨਸ਼ੇੜੀ ਹੋ ਸਕਦਾ। ਉਹਨੂੰ ਕਿਹਾ ਜਾਂਦਾ ਕਿ ਲੈ ਤੈਨੂੰ 5000 ਰੁਪਈਆ ਦੇਾਂਗੇ, ਇੱਕ ਤੂੰ ਛੋਟਾ ਜਿਹਾ ਥੈਲਾ ਚੱਕਣਾ ਤੇ ਫਲਾਣੀ ਥਾਂ ਤੇ ਰੱਖਣਾ, ਤੂੰ ਜਾਂਦਾ ਰਹਿ। ਤਾਂ ਜੀ ਉਹ ਗਿਆ, ਉਹਨੇ ਮਤਲਬ ਕਿ ਇੱਕ ਬੜੀ ਈਜ਼ੀ ਮਨੀ ਹਾਸਲ ਕਰ ਲਈ, ਠੀਕ ਹੈ ਜੀ। ਫਿਰ ਅਗਲਾ ਜਿਹੜਾ ਸ਼ੂਟਰ ਹੈ ਉਹਨੂੰ 20,000 30,000 ਚ ਕਹਿਤਾ ਕਿ ਇੱਥੋਂ ਚੱਕ ਤੇ ਤੂੰ ਕੰਮ ਕਰਦੇ ਤੇ ਇੱਥੇ ਹੀ ਰੱਖ ਦੇ। ਫਿਰ ਉਹੀ ਬੰਦਾ ਉਹਨੂੰ ਕਿਹਾ ਕਿ 5 ਹੋਰ ਲੈ ਲਈ, ਤੂੰ ਉੱਥੇ ਰੱਖ ਦੇ। ਤਾਂ ਹੁਣ ਤੁਸੀਂ ਇਹ ਦੇਖੋ ਕਿ ਕੌਣ ਕਰਵਾ ਰਿਹਾ ਪਿੱਛੇ, ਉਹ ਤਾਂ ਜੀ ਪਤਾ ਹੀ ਨਹੀਂ। ਹੂੰ ਤੇ ਜਿਹੜਾ ਇੱਧਰ ਰਾਈਟ ਹੈਂਡ ਆ ਉਹ ਕਦੇ ਸਾਹਮਣੇ ਨਹੀਂ ਆਇਆ। ਸਹੀ ਗੱਲ ਹੈ ਫੜਿਆ ਕੌਣ ਜਾਊਗਾ? ਸ਼ੂਟਰ। ਜਾਂ ਤਾਂ ਜਿਹੜਾ ਅਸਲਾ ਗੱਲ ਪ੍ਰੋਵਾਈਡਰ ਮਤਲਬ, ਹਾਂਜੀ ਜਾਂ ਜਿਹਨੇ ਅਸਲਾ ਚੱਕਿਆ ਜਾਂ ਰੱਖਿਆ ਜਾਂ ਸਾਂਭਿਆ ਉਹ ਫੜਿਆ ਜਾਊ ਵੱਧ ਤੋਂ ਵੱਧ। ਬਿਲਕੁਲ, ਪਰ ਉਹਨੂੰ ਪਤਾ ਹੀ ਨਹੀਂ ਪਿੱਛੇ ਕੌਣ ਹੈ, ਹੂੰ ਰੱਖ ਕੇ ਕੌਣ ਗਿਆ ਐਕਚੁਅਲ ਚ, ਤੇ ਮੁੜ ਹੂੰ ਕੇ ਲੈ ਕੌਣ ਗਿਆ। ਮੁੜ ਕੇ ਲੈ ਤਾਂ ਕੌਣ ਕੜੀ ਟੁੱਟ ਗਈ ਨਾ, ਚੇਨ ਟੁੱਟ ਗਈ। ਹੂੰ ਤਾਂ ਸਰ ਇਹੀ ਸਮੱਸਿਆ ਮੈਂ ਕਹਿੰਦਾ ਕਿ ਜੇ ਤੁਸੀਂ ਪੰਜਾਬ ਨੂੰ ਇਦਾਂ ਦੀਆਂ ਮੁਸ਼ਕਲਾਂ ਚ ਥੋੜਾ ਕੱਢਣਾ, ਖਤਮ ਤੇ ਹੁੰਦੀਆਂ ਨਹੀਂ ਕਦੇ ਵੀ ਇਦਾਂ ਦੀਆਂ ਮੁਸ਼ਕਲਾਂ, ਕਿ ਜੇ ਤੁਸੀਂ ਥੋੜਾ ਜਿਹਾ ਇਹਨੂੰ ਕੱਢਣਾ ਹੈ ਤਾਂ ਤੁਹਾਨੂੰ ਇਸ ਸੂਬੇ ਦੇ ਵਿੱਚ ਕੰਮਕਾਰ ਤੇ ਨੌਜਵਾਨਾਂ ਪ੍ਰਤੀ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ। ਜੀ ਤੇ ਗੱਲ ਕਰੀਏ ਮਿੰਟੂ ਜੀ ਐਸਐਚਓ ਮਾਮਲੇ ਦੀ, ਜਿਹਦੇ ਆਪਾਂ ਕੱਲ ਵੀ ਸ਼ਾਇਦ ਚਰਚਾ ਕੀਤੀ ਸੀਗੀ, ਉਸ ਮਾਮਲੇ ਦੇ ਵਿੱਚ ਹੁਣ ਮਹਿਲਾ ਕਮਿਸ਼ਨ ਨੇ ਨੋਟਿਸ ਕੱਢਿਆ ਜੀ। ਦੇਖੋ ਇਹ ਜਿਹੜਾ ਐਸਐਚਓ ਆ, ਐਸਐਚਓ ਦਾ ਤੇ ਹੁਣ ਮੈਨੂੰ ਲੱਗਦਾ ਬੈਂਡ ਵੱਜ ਜਾਣਾ। ਹੂੰ ਦਰਅਸਲ ਕੀ ਹੈ ਕਿ ਇਹ ਤੇ ਮੰਨਦਾ ਨਹੀਂ ਹੈ, ਕਹਿੰਦਾ ਕਿ ਮੇਰੇ ਤੇ ਦੋਸ਼ ਲੱਗਦੇ ਆ। ਪਰ ਔਰਤ ਦੀ ਉਹ ਜਿਹੜੀ ਕਥਿਤ ਵੀਡੀਓ ਆ ਜਿਹਦੇ ਵਿੱਚ ਇਹਨੇ ਕਾਲ ਲਾਈ ਆ ਤੇ ਕਾਲ ਰਿਕਾਰਡ ਹੋਈ ਆ, ਹੂੰ ਉਹਦੇ 'ਚ ਕਹਿ ਰਿਹਾ ਕਿ ਤੂੰ ਆ ਜਾ ਕਚਹਿਰੀਆਂ ਦੇ ਸਾਹਮਣੇ, ਸਰਕਾਰੀ ਘਰ 'ਚ ਕੁੜੀ ਨੂੰ ਵੀ ਲਿਆ। ਮਤਲਬ ਕਿ ਦੇਖੋ ਇਹ ਫੈਮਿਲੀ ਨੌਨ ਪੰਜਾਬੀ ਫੈਮਿਲੀ ਸੀ। ਇਹਨਾਂ ਦੀ ਕੁੜੀ ਦੇ ਨਾਲ ਕੋਈ 18-19 ਸਾਲ ਦਾ ਸੀਗਾ, ਉਹਨੇ ਹਵਾਨੀਅਤ ਕੀਤੀ। ਇਹ ਪਰਿਵਾਰ ਜਾਂਦਾ ਹੈ ਹਸਪਤਾਲ ਵਾਲੇ ਕਹਿੰਦੇ ਕਿ ਤੁਹਾਨੂੰ ਪਹਿਲਾਂ ਪਰਚਾ ਕਟਵਾਉਣਾ ਪੈਣਾ। ਜੀ ਇਹ ਥਾਣੇ ਜਾਂਦੇ ਨੇ। ਇਹ ਜਿਹੜਾ ਐਸਐਚਓ ਵਾਹਵਾ ਉਮਰ ਦਾ ਹੈ, ਜੀ ਅਧ ਖੜ ਗਿਆ, ਤੇ ਇਹ ਪਹਿਲਾਂ ਤੇ ਕਹਿੰਦਾ ਕਿ ਰੇਪ ਹੋਇਆ ਹੀ ਨਹੀਂ, ਤੇ ਜੇ ਕੋਈ ਮਾੜੀ ਮੋਟੀ ਗੱਲਬਾਤ ਆ ਮੈਂ ਉਹਨੂੰ ਇੱਥੇ ਬੁਲਾ ਕੇ 4 ਚਾਟੇ ਲਾ ਦਿੰਦਾ। ਪਰਿਵਾਰ ਜਿਹੜਾ ਆ ਗਿਆ, ਫਿਰ ਇਹਨੇ ਪਰਚਾ ਕੱਟ ਦਿੱਤਾ। ਪਰਚਾ ਕੱਟ ਕੇ ਫਿਰ ਇਹਦੀ ਮਾੜੀ ਨੀਅਤ ਹੋ ਗਈ, ਮੈਂ ਟੈਸਟ ਕਰਨਾ ਜੀ, ਜਿੱਦਾਂ ਇਦਾਂ ਹੋਏਗਾ ਫਲਾਂ ਹੋਏਗਾ, ਗੰਦੀਆਂ ਗੱਲਾਂ ਕਰਨੀਆਂ ਸਟਾਰਟ ਕਰ ਦਿੱਤੀਆਂ। ਫਿਰ ਕੁੜੀ ਨਾਲ ਵੀ ਛੇੜਛਾੜ ਕੀਤੀ ਤੇ ਉਹਦੀ ਮਾਂ ਨਾਲ ਵੀ, ਦੋਨਾਂ ਨਾਲ ਹੀ ਭੈੜਾ ਹੋਣ ਨੂੰ ਫਿਰਦਾ ਸੀ। ਮਤਲਬ ਕਿ ਇੰਨਾ ਗਿਰਿਆ ਬੰਦਾ ਤੇ ਮੇਰੇ ਖਿਆਲ ਦੇ ਨਾਲ ਸਰਵਿਸ ਦੇ ਵਿੱਚ ਰਹਿਣ ਦੇ ਕਾਬਿਲ ਹੀ ਨਹੀਂ ਸੀਗਾ। ਤਾਂ ਇਹਦੇ ਜਿਹੜਾ ਲੋਕ ਇਨਸਾਫ ਮੰਚ ਹੈ ਉੱਥੋਂ ਦਾ, ਉਹਦੇ ਤੱਕ ਗੱਲ ਗਈ, ਫਿਰ ਮੀਡੀਆ ਤੱਕ ਆਈ, ਤੇ ਹੁਣ ਕਿਤੇ ਜਾ ਕੇ ਇਹ ਗੱਲ ਜਿਹੜੀ ਆ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਜਿਹੜੀ ਆ ਰਾਜ ਲਾਲੀ ਗਿੱਲ, ਉਹਨਾਂ ਤੱਕ ਪਹੁੰਚੀ ਹੈ ਤੇ ਉਹਨਾਂ ਨੇ ਨੋਟਿਸ ਭੇਜਤਾ ਤੇ ਤਲਬ ਕੀਤਾ ਗਿਆ ਐਸਐਸਪੀ ਨੂੰ। ਕਿਉਂਕਿ ਇਹ ਤਾਂ ਪੁਲਿਸ ਦਾ ਕੰਮ ਹੈ, ਤੁਹਾਨੂੰ ਪਤਾ ਹੀ ਆ ਕਿ ਹੁੰਦਾ ਕੀ ਆ ਕਿ ਜਦੋਂ ਵੀ ਇਦਾਂ ਦਾ ਮਾਮਲਾ ਹੋਏਗਾ ਵੱਧ ਤੋਂ ਵੱਧ ਕਹਿਣਗੇ ਕਿ ਅਸੀਂ ਲਾਈਨ ਹਾਜ਼ਰ ਕਰਤਾ ਜੀ ਫਲਾਣੇ ਨੂੰ। ਜੀ ਜੀ ਡਿਪਾਰਟਮੈਂਟ ਦੇ ਵਿੱਚ ਇਹੀ ਕੁਝ ਕਰਦੇ ਨੇ, ਹੋਰ ਕੀ ਆ। ਤਾਂ ਪ੍ਰੋਪਰ ਇਹਦੇ ਤੇ ਜਿਹੜੀ ਕਾਰਵਾਈ ਬਣਦੀ ਹੈ ਉਹ ਤੇ ਕੀਤੀ ਨਹੀਂ ਗਈ। ਸੋ ਇਸ ਕਰਕੇ ਹੁਣ ਚੇਅਰਪਰਸਨ ਦੇ ਕੋਲ ਮਾਮਲਾ ਗਿਆ, ਮਹਿਲਾ ਕਮਿਸ਼ਨ ਦੇ ਕੋਲ ਗਿਆ, ਤੇ ਮੈਨੂੰ ਲੱਗਦਾ ਕਿ ਹੁਣ ਇਹਦੀ ਵਾਟ ਲੱਗ ਜਾਣੀ ਹੈ, ਤੇ ਲੱਗਣੀ ਵੀ ਚਾਹੀਦੀ ਹੈ। ਪ੍ਰਵੀਨ ਜੀ ਇਹੋ ਜਿਹੇ ਬੰਦੇ ਦਾ ਕੋਈ ਲਿਹਾਜ਼ ਨਹੀਂ। ਚਲੋ ਆਪਾਂ ਕੁਝ ਗਲਤੀਆਂ ਮਾਫ ਵੀ ਕਰ ਸਕਦੇ ਹਾਂ ਕਿ ਚਲੋ ਦੌਰਾਨੇ ਸਰਵਿਸ ਪਬਲਿਕ ਡੀਲਿੰਗ ਦੇ ਦੌਰਾਨ ਕੋਈ 19-21 ਹੋ ਵੀ ਸਕਦੀ ਹੈ, ਕਦੇ ਕੋਈ ਮਿਸਬਿਹੇਵ ਹੋ ਗਿਆ, ਕੋਈ 19-21 ਹੋ ਗਈ, ਸਾਹਮਣੇ ਵਾਲੇ ਨੇ ਮਾਫ ਕਰਤਾ ਕਿ ਯਾਰ ਚਲੋ ਕੋਈ ਗੱਲ ਨਹੀਂ, ਤਲਖੀ ਹੋ ਜਾਂਦੀ ਹੈ ਮਾੜੀ ਮੋਟੀ, ਤੇ ਆਪਾਂ ਵੀ ਕਵਾਂਗੇ ਠੀਕ ਹੈ, ਦੋਵੇਂ ਧਿਰਾਂ ਰਾਜ਼ੀ ਹੋ ਗਈਆਂ, ਚਲੋ ਭਈਆ ਅੱਗੇ ਤੋਂ ਖੈਰ ਸੱਲਾ। ਤਾਂ ਗੱਲ ਇਹ ਹੈ ਕਿ ਪਰ ਇਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਨਾ ਤਾਂ ਵਿਭਾਗੀ ਤੌਰ ਤੇ ਨਾ ਕਾਨੂੰਨਨ ਤੁਸੀਂ ਛੱਡ ਸਕਦੇ ਹੋ। ਤਾਂ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਲੋਕਾਂ ਨੇ ਲੜਾਈ ਲੜੀ ਆ, ਉੱਥੋਂ ਦੇ ਜਿਹੜੇ ਬੁੱਧੀਜੀਵੀ ਲੋਕ ਆ ਜਾਂ ਜਿਹੜੇ ਨਿਆਂ ਪਸੰਦ ਲੋਕ ਆ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਨੌਨ ਪੰਜਾਬੀ ਹੈ ਜਾਂ ਫਲਾਣਾ ਧਮਕਾਣਾ, ਇੱਜ਼ਤ ਜਾਂ ਜਿਹੜੀ ਪੱਤ ਤੇ ਜਾਂ ਜੋ ਇਸ ਬੰਦੇ ਨੇ ਬਦਨੀਤੀ ਤੇ ਵੱਧ ਵਿਹਾਰੀ ਕੀਤੀ ਆ, ਉਹਦੇ ਖਿਲਾਫ ਜੋ ਲੜਾਈ ਲੜੀ ਆ, ਤਾਂ ਬੇਸਿਕਲੀ ਉਹਨਾਂ ਨੇ ਇਹ ਮਾਮਲਾ ਇੱਥੋਂ ਤੱਕ ਲਿਆਂਦਾ। ਜੀ ਬਿਲਕੁਲ। ਨਾਲੇ ਦੇਖੋ ਮਿੰਟੂ ਜੀ, ਗੱਲ ਇਹ ਆ ਵੀ ਕ੍ਰਾਈਮ ਦੀ ਫਸਟ ਰਿਸਪੌਂਡਰ ਜਿਹੜੀ ਆ ਉਹ ਪੁਲਿਸ ਆ, ਤੇ ਪੁਲਿਸ ਦਾ ਤਾਂ ਸਗੋਂ ਹੋਰ ਫਰਜ਼ ਵੱਧ ਜਾਂਦਾ, ਕਿਉਂਕਿ ਜਿਹੜਾ ਪੀੜਤ ਬੰਦਾ ਉਹਨੇ ਪਹਿਲਾਂ ਪਹੁੰਚ ਹੀ ਪੁਲਿਸ ਤੱਕ ਕਰਨੀ ਹੈ। ਤੇ ਇਹੋ ਜਿਹੇ ਬੰਦਿਆਂ ਦੇ ਮੋਢੇ ਤੇ ਤਾਂ ਵਰਦੀ ਵੀ ਪੈ ਕੇ ਪਛਤਾਉਂਦੀ ਹੋਣੀ ਆ ਵੀ ਕਿਹੋ ਜਿਹੇ ਹਵਾਨ ਦੇ ਮੋਢਿਆਂ ਤੇ ਮੈਂ ਪਾਈ ਆ ਤੇ ਕਿਹੋ ਜਿਹੇ ਫਰਜ਼ ਇਹ ਨਿਭਾ ਰਿਹਾ ਆਪਦੇ ਵਰਦੀ ਪ੍ਰਤੀ। ਤੇ ਗੱਲ ਕਰੀਏ ਅਫਸਰ ਖੁਦਕੁਸ਼ੀ ਮਾਮਲੇ ਦੀ ਮਿੰਟੂ ਜੀ, ਹਰਿਆਣੇ ਦੇ ਵਿੱਚ ਐਕਸ਼ਨ ਹੋਇਆ ਜੀ ਇਸ ਮਾਮਲੇ ਦੇ ਵਿੱਚ, ਆਪਾਂ ਸ਼ਾਇਦ ਪਹਿਲਾਂ ਵੀ ਚਰਚਾ ਕੀਤੀ ਇਸ ਮਾਮਲੇ ਦੇ ਉੱਤੇ।
ਹਾਂਜੀ, ਇਹ ਬਹੁਤ ਇੰਡੀਆ ਦੇ ਵਿੱਚ ਹੀ ਇਹ ਮਾਮਲਾ ਬਹੁਤ ਜ਼ਿਆਦਾ ਵੱਡਾ ਮਾਮਲਾ ਹੋ ਗਿਆ ਹੈ। ਜੀ। ਕਿਉਂਕਿ ਦਲਿਤ ਪੁਲਿਸ ਆਫਿਸਰ ਨੇ ਸੁਸਾਈਡ ਕੀਤਾ, ਬਹੁਤ ਵੱਡਾ ਪੁਲਿਸ ਆਫਿਸਰ, ਉਹਦੀ ਘਰ ਦੀ ਹੂੰ, ਬਹੁਤ ਵੱਡੀ ਆਈਐਸ ਆਫਿਸਰ, ਤੇ ਹੂੰ, ਇਲਜ਼ਾਮ ਉਹ ਤੋਂ ਵੀ ਵੱਡੇ ਨੇ ਪ੍ਰਵੀਨ ਜੀ। ਤੇ ਇਲਜ਼ਾਮ ਕਿੰਨੇ ਇਲਜ਼ਾਮ ਕਿਹਨਾਂ ਤੇ ਆ? ਪੁਲਿਸ ਹੂੰ, ਅਫਸਰਾਂ ਤੇ ਆ। ਸੁਸਾਈਡ ਨੋਟ ਨੇ ਬਕਾਇਦਾ 3 ਹੂੰ, ਥਾਵਾਂ ਤੋਂ ਉਹ ਸੁਸਾਈਡ ਨੋਟ ਮਿਲੇ ਆ। ਸੋ ਇਸ ਹੂੰ, ਕਰਕੇ ਇਸ ਮਾਮਲੇ ਦੇ ਵਿੱਚ ਤੇ ਪੁਲਿਸ ਘਿਰ ਗਈ। ਤੇ ਆਪਾਂ ਜਿਹੜੀ ਗੱਲ ਪਿਛਲੇ ਕੁਝ ਸਾਲਾਂ ਤੋਂ ਕਰ ਰਹੇ ਹਾਂ, ਮੇਰੇ ਖਿਆਲ ਦੇ ਨਾਲ ਵਾਹਿਦ ਅਸੀਂ ਸੀਗੇ ਜਿਸ ਵੇਲੇ ਇਹ ਗੱਲ ਚੁੱਕੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਉਹਦੇ 'ਚ ਹੀ ਆਉਂਦੀਆਂ ਨੇ ਜੋ ਅਸੀਂ ਕਹਿ ਰਹੇ ਹਾਂ ਕਿ ਜਦ ਤੱਕ ਤੁਸੀਂ ਇਸ ਮੁਲਕ ਦੇ ਵਿੱਚ ਪੁਲਿਸ ਰਿਫਾਰਮਸ ਨਹੀਂ ਲਿਆਓਗੇ, ਹੂੰ, ਤੁਹਾਨੂੰ ਬਹੁਤ ਕੁਝ ਝੱਲਣਾ ਪਵੇਗਾ। ਤਾਂ ਹੂੰ, ਬਹਰਹਾਲ ਹੁਣ ਦੇਖੋ, ਚੌਥੇ ਦਿਨ ਵੀ ਪੋਸਟਮਾਰਟਮ ਤੇ ਨਹੀਂ ਹੋ ਪਾਇਆ। ਪਰਿਵਾਰ ਨੂੰ ਮਨਾਉਣ ਦੇ ਯਤਨ ਜ਼ਰੂਰ ਕੀਤੇ ਜਾ ਰਹੇ ਆ, ਪਰ ਹੂੰ, ਹਾਲੇ ਤੱਕ ਗੱਲ ਜਿਹੜੀ ਆ ਉਹ ਰਾਜ਼ੀ ਬੰਦੇ ਤੇ ਨਹੀਂ ਪਹੁੰਚੀ ਕਿ ਪਰਿਵਾਰ ਜਿਹੜਾ ਉਹ ਰਾਜ਼ੀ ਹੋ ਜਾਵੇ। ਪਰ ਹੂੰ, ਜੋ ਬੀਬੀ ਅਮਨੀਤ ਹੈ, ਹੂੰ, ਆਈਐਸ, ਇਹਦੇ ਘਰੋਂ ਜੋ ਅਫਸਰ ਸੁਸਾਈਡ ਕਰ ਗਿਆ, ਹੂੰ, ਹੂੰ, ਉਹਨੇ ਮਤਲਬ 2-3 ਚੀਜ਼ਾਂ ਕਹੀਆਂ ਨੇ ਕਿ ਮੈਂ ਤੇ ਨਿਆਂ ਦੀ ਲੜਾਈ ਜਿਹੜੀ ਆ ਉਹ ਲੜੂੰਗੀ ਹਰ ਹਾਲਤ ਦੇ ਵਿੱਚ, ਚਾਹੇ ਕੁਝ ਵੀ ਹੋਵੇ। ਤਾਂ ਇੱਧਰ ਇੱਕ ਐਸਆਈਟੀ ਬਣਾ ਦਿੱਤੀ ਗਈ ਆ ਬਹੁਤ ਵੱਡੇ ਅਫਸਰਾਂ ਤੇ ਮਾਮਲਾ ਦਰਜ ਹੋਣ ਤੋਂ ਬਾਅਦ। ਮੈਂ ਤੇ ਕਹੂੰਗਾ ਕਿ ਸ਼ਾਇਦ ਪਹਿਲਾ ਮੌਕਾ ਜਦੋਂ ਡੀਜੀਪੀ, ਮੌਕੇ ਦੇ ਡੀਜੀਪੀ ਤੇ ਪਰਚਾ ਦਰਜ ਹੋਇਆ। ਹੂੰ, ਜੀ, ਐਸਆਈਟੀ ਬਣਾ ਦਿੱਤੀ ਗਈ ਆ। ਪੁਸ਼ਪਿੰਦਰ ਕੁਮਾਰ ਇਹਦੇ ਚ ਆਈਜੀਪੀ ਚੰਡੀਗੜ੍ਹ, ਉਹਨਾਂ ਨੂੰ ਹੈਡ ਲਾਇਆ ਗਿਆ। ਕਮਰਦੀਪ ਕੌਰ ਐਸਐਸਪੀ ਮੈਂਬਰ ਲਾਏ ਗਏ ਨੇ। ਚਰਨਜੀਤ ਸਿੰਘ ਵਿਰਕ ਡੀਐਸਪੀ ਟ੍ਰੈਫਿਕ ਜਿਹੜੇ ਆ ਉਹ ਮੈਂਬਰ ਲਾਏ ਗਏ ਆ। ਕੇਐਸ ਹੂੰ, ਪ੍ਰਿਯੰਕਾ ਐਸਪੀ ਸਿਟੀ, ਇਹਨਾਂ ਨੂੰ ਮੈਂਬਰ ਲਾਇਆ ਗਿਆ। ਗੁਰਜੀਤ ਕੌਰ, ਇਹਨਾਂ ਨੂੰ ਹੂੰ, ਮੈਂਬਰ ਲਾਇਆ ਗਿਆ। ਜੈਵੀਰ ਸਿੰਘ ਰਾਣਾ, ਇਹਨਾਂ ਨੂੰ ਵੀ ਮੈਂਬਰ ਲਾਇਆ ਗਿਆ। ਤਾਂ ਹੂੰ, ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤਾਂ ਜਿਹੜਾ ਡੀਜੀਪੀ ਸ਼ਤਰੂਜੀਤ ਕਪੂਰ ਹੈ, ਇਹਦੀ ਛੁੱਟੀ ਤੇ ਲਗਭਗ ਤੈਅ ਹੈ। ਤੇ ਹੂੰ, ਇਹਦੀ ਜਗ੍ਹਾ ਤੇ ਹੁਣ ਨਾਂ ਵੀ ਕੁਝ ਚੱਲ ਰਹੇ, ਓਪੀ ਸਿੰਘ, ਆਲੋਕ ਮਿੱਤਲ ਤੇ ਅਰਸ਼ਿੰਦਰ ਚਾਵਲਾ, ਇਹ ਨਾਮ 3-4 ਜਿਹੜੇ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਹੈਗੇ ਆ। ਅਮਨੀਤ ਦੀ ਅੱਜ ਐਸਐਸਪੀ ਦੇ ਨਾਲ ਇੱਕ ਟਾਕ ਵੀ ਕਾਫੀ ਹੌਟ ਰਹੀ, ਤੇ ਐਫਆਈਆਰ ਦੇ ਵਿੱਚ ਦੋਸ਼ੀਆਂ ਦੇ ਨਾਮ ਨਾ ਹੋਣ ਤੇ ਐਤਰਾਜ਼ ਸੀ, ਪਰ ਬਾਅਦ ਦੇ ਵਿੱਚ ਐਫਆਈਆਰ ਹੋ ਗਈ। ਕਿਹੜੇ ਕਿਹੜੇ ਵੱਡੇ ਅਫਸਰ ਆ ਉਹਦੇ ਵਿੱਚ? ਸ਼ਤਰੂਜੀਤ, ਮੈਂ ਜਿਵੇਂ ਤੁਹਾਨੂੰ ਦੱਸਿਆ, ਅਨੁਰਾਗ ਰਸਤੋਗੀ, ਇਹ ਹੂੰ, ਚੀਫ ਸੈਕਟਰੀ। ਦੇਖੋ ਐਫਆਈਆਰ ਦੇ ਵਿੱਚ ਨਾਂ ਕਿਹੜੇ ਕਿਹੜੇ ਆਏ ਆ, ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਇਤਿਹਾਸਕ ਮਾਮਲਾ ਇਹ ਕੇਸ ਦਾ ਹੈ। ਜੇ ਆਪਾਂ ਕਹੀਏ ਇਹਦੇ ਵਿੱਚ ਇੱਕ ਹੋਰ ਨੇ ਆਈਐਸ ਟੀਵੀਐਸਏਐਨ, ਹੂੰ, ਸ਼ਾਇਦ ਪ੍ਰਸਾਦ, ਜੀ, ਰਾਜੀਵ ਅਰੋੜਾ, ਇਹ ਵੀ ਸਾਬਕਾ ਏਸੀਐਸ ਹੈ। ਹੂੰ, ਮਨੋਜ ਯਾਦਵ, ਇਹ ਵੀ ਸਾਬਕਾ ਡੀਜੀਪੀ ਆ। ਪੀਕੇ ਅਗਰਵਾਲ, ਇਹ ਵੀ ਸਾਬਕਾ ਡੀਜੀਪੀ ਆ। ਤੁਸੀਂ ਦੇਖੋ ਤੇ ਸਹੀ ਕਿੱਡੇ ਕਿੱਡੇ ਨਾਮ ਨੇ ਇਸ ਮਾਮਲੇ 'ਚ। ਸੋ ਇਹ ਪਹਿਲਾ ਹੂੰ, ਮੌਕਾ ਹੋਏਗਾ ਕਿ ਐਡੇ ਐਡੇ ਨਾਮਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਆ। ਪ੍ਰਵੀਨ ਜੀ, ਤਾਂ ਦੋਸ਼ ਬੜੇ ਤਗੜੇ ਸੀ ਕਿ ਮੇਰੇ ਨਾਲ ਜ਼ਾਤ ਆਧਾਰਿਤ ਵਿਤਕਰਾ ਕੀਤਾ ਜਾਂਦਾ ਰਿਹਾ, ਮੇਰੇ ਨਾਲ ਖੇਡ ਖੇਡੀ ਗਈ ਕਿ ਮੈਂ ਹੱਕ ਮੰਗੇ ਆਰਟੀਆਈ ਦੇ ਰਾਹੀਂ ਤਾਂ ਮੈਨੂੰ ਤੰਗ ਕੀਤਾ ਗਿਆ, ਮੇਰੇ ਖਿਲਾਫ ਸ਼ਿਕਾਇਤਾਂ ਬਣਵਾਈਆਂ ਗਈਆਂ, ਮੇਰਾ ਮਤਲਬ ਕਿ ਜੋ ਹੱਕ ਹਕੂਕ ਬਣਦਾ ਸੀ ਉਹਦੇ ਵਿੱਚ ਵਿਤਕਰਾ ਕੀਤਾ ਗਿਆ। ਯਾਨੀ ਦੋਸ਼ ਬਹੁਤ ਹੀ ਸੰਗੀਨ ਨੇ ਪ੍ਰਵੀਨ ਜੀ ਇਹਨਾਂ ਅਫਸਰਾਂ ਤੇ। ਹਾਂਜੀ ਮਿੰਟੂ ਜੀ, ਮੀਡੀਆ ਦੇ ਵਿੱਚ ਤਾਂ ਚਰਚਾ ਇਹ ਵੀ ਹੈ ਵੀ ਹਰਿਆਣੇ ਦੇ ਵਿੱਚ ਇੱਕ ਅਫਸਰ ਲੌਬੀ ਜਿਹੜੀ ਕਿ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ, ਉਹ ਹੁਣ ਇਹ ਮਹਿਸੂਸ ਵੀ ਕਰਦੀ ਹੈ ਤੇ ਓਪਨਲੀ ਕਹਿ ਰਹੀ ਹੈ ਵੀ ਪਿਛਲੇ 3-4 ਸਾਲਾਂ ਦੇ ਵਿੱਚ ਇਹ ਜਿਹੜਾ ਦਸਤੂਰ ਆ ਉਹ ਲਗਾਤਾਰ ਜਾਰੀ ਹੈ ਵੀ ਜਿਹੜੇ ਦਲਿਤ ਭਾਈਚਾਰੇ ਤੋਂ ਅਫਸਰ ਆਉਂਦੇ ਨੇ ਉਹਨਾਂ ਦੇ ਨਾਲ ਵਧੀਕੀਆਂ, ਉਹਨਾਂ ਦੀਆਂ ਡਿਊਟੀਆਂ ਦੇ ਵਿੱਚ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਜਾਂ ਗਰਾਊਂਡ ਤੇ ਜਾਣ ਹੀ ਨਹੀਂ ਦੇਣਾ, ਉਹਨਾਂ ਨੂੰ ਕਦੇ ਕਿਤੇ ਲਾਤਾ ਕਦੇ ਕਿਤੇ ਲਾਤਾ। ਇਹ ਤਾਂ ਹੈ ਹੀ ਹੈ ਪ੍ਰਵੀਨ ਹਾਂਜੀ। ਜੀ, ਇਹ ਤੇ ਹਰ ਇੱਕ ਜਗ੍ਹਾ ਤੇ ਹੈ ਸਰ। ਇਹ ਤਾਂ ਹੂੰ, ਮਿਲਦਾ ਹੈ ਸਭ ਕੁਝ। ਇਹ ਚੀਜ਼ ਤੇ ਜਿਹੜੀ ਹੈ ਨਾ ਉਹ ਫੈਕਚੁਅਲੀ ਹੈ, ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ। ਹੂੰ। ਮਿੰਟੂ ਜੀ, ਨੈਬ ਸਿੰਘ ਸੈਣੀ ਸ਼ਾਇਦ ਦਲਿਤ ਭਾਈਚਾਰੇ ਤੋਂ ਆਉਂਦੇ ਨੇ ਜਾਂ ਕਿਸੇ ਹੋਰ ਭਾਈਚਾਰੇ? ਨਾਇਬ ਸੈਣੀ ਮੈਨੂੰ ਨਹੀਂ ਪਤਾ ਜੀ। ਨਾਇਬ ਸੈਣੀ, ਸੈਣੀ ਸ਼ਾਇਦ ਨਹੀਂ, ਨਹੀਂ। ਦਲਿਤ ਚੋਂ ਨਹੀਂ ਆਉਂਦੇ ਜੀ ਸੈਣੀ। ਕਿਸੇ ਹੋਰ ਭਾਈਚਾਰੇ ਸੈਣੀ, ਦੇ ਵਿੱਚੋਂ। ਹਾਂਜੀ ਹਾਂਜੀ, ਸੈਣੀ ਜੀ, ਨਹੀਂ ਆਉਂਦੇ ਜੀ। ਜੀ। ਸੈਣੀ ਤੇ ਕਿਉਂਕਿ ਆਪਣੇ ਵੀ ਪੰਜਾਬ ਦੇ ਵਿੱਚ ਹੈਗੇ ਨੇ ਅਪ ਨਾ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਓਬੀਸੀ ਤਾਂ ਹੋ ਸਕਦੇ ਆ, ਹੂੰ, ਪਤਾ ਹੂੰ, ਕਰਨਾ ਹੂੰ, ਪਏਗਾ। ਹੂੰ, ਬਟ ਮੇਰੇ ਖਿਆਲ ਦੇ ਨਾਲ ਸੈਣੀ ਨਹੀਂ, ਮੈਨੂੰ ਨਹੀਂ ਲੱਗਦਾ ਜੀ। ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਰਪੰਚ ਦੇ ਮਾਮਲੇ ਨਾਲ ਜੁੜੀ ਖਬਰ ਦਾ ਆਪਾਂ ਸਿੱਧੂ ਸਾਹਿਬ ਵਾਲੀ ਖਬਰ ਦੇ ਵਿੱਚ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਵੀ ਉਹ ਧਰਨਾ ਚੁੱਕਿਆ ਗਿਆ ਤੇ ਸੰਘਰਸ਼ਕਾਰੀ ਕਮੇਟੀ ਪਰਿਵਾਰ ਦੇ ਹਾਂਜੀ ਨਾਲ ਹਾਂਜੀ, ਸਹਿਮਤ ਨਹੀਂ। ਲੋ, ਹਾਂਜੀ। ਮੈਂ ਏਆਈ ਨੂੰ ਪੁੱਛਿਆ ਸੀਗਾ
ਹੂੰ। ਉਹ ਕਹਿੰਦੇ ਕਿ ਨੋ, ਦ ਸੈਨਿਕ ਕਾਸਟ ਇਜ਼ ਨਾਟ ਐਸਸੀ। ਅੱਛਾ, ਮਿੰਟੂ ਜੀ ਏਆਈ ਤੱਕ ਬੜੀ ਪਹੁੰਚ ਆ ਤੁਹਾਡੀ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਸੀਂ ਤਾਂ। ਹਾਂਜੀ, ਮੈਂ ਦੇਸੀ ਏਆਈ ਵੀ ਚਲਾ ਲੈਂਦਾ ਨਾ, ਅੱਜ-ਕੱਲ੍ਹ ਇਕਾਂਗ ਹੀ ਲਿਖ ਲੈਂਦਾ ਮੈਂ ਆਪ ਵੀ, ਕਿ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਮੀਡੀਆ ਬਾਰੇ ਵੀ ਦੱਸ ਲੈਂਦਾ ਤੇ ਹਾਂ, ਹਾਂ। ਅੱਜ-ਕੱਲ੍ਹ ਹਾਂਜੀ, ਮੈਂ ਦੱਸ ਦਿੰਦਾ ਕਿ ਲੀਡਰ ਜਿਵੇਂ ਹੁਣ ਉਦਘਾਟਨ ਕਰ ਰਹੇ ਨੇ, ਟਰਾਂਸਫਾਰਮਰ ਤਿਆਰ ਪਾ ਰਹੇ ਕਿ ਆਉਣ ਵਾਲੇ ਹੂੰ, ਸਮੇਂ 'ਚ ਹੂੰ, ਕੁੱਕੜਾਂ ਦਾ ਖੁੱਡਾ, ਕਬੂਤਰਾਂ ਦੀ ਛਤਰੀ, ਠੀਕ ਹੂੰ, ਹੈ ਜੀ, ਹੂੰ, ਚਵੱਚੇ ਦੀਆਂ ਨੀਂਹ ਪੱਥਰ, ਇਹ ਸਾਰੀਆਂ ਚੀਜ਼ਾਂ ਵੀ ਰੱਖਦੇ ਨਜ਼ਰ ਆਉਣਗੇ। ਇਹ ਹੂੰ। ਦੇਸੀ ਏਆਈ ਹੈ ਜੀ। ਇਹ ਦੇਸੀ ਏਆਈ ਹੈ, ਸਹੀ ਹੈ, ਸਹੀ ਹੈ। ਹਾਂਜੀ। ਨਹੀਂ ਉਹ ਮਿੰਟੂ ਜੀ, ਪਰ ਇੱਕ ਗੱਲ ਹੈ, ਇਕਾਂਗੀ ਜਿਹੜੀ ਆ ਉਹ ਰਚਨਾ ਮਤਲਬ ਜਿਵੇਂ ਆਪਾਂ ਸਾਹਿਤ ਦੀ ਕਹਿੰਦੇ ਹਾਂ, ਉਹਦੇ ਵਿੱਚੋਂ ਇੱਕ ਬਹੁਤ ਵਧੀਆ ਬਣ ਗਈ ਹੈ, ਜਿਹੜੀ ਬਹੁਤ ਕ੍ਰੀਏਟਿਵ ਬੰਦੇ ਦਾ ਕੰਮ ਹੈ ਇਕਾਂਗੀ ਲਿਖਣਾ। ਨਿੱਕੇ ਹੁੰਦੇ ਆਪਾਂ ਇਕਾਂਗੀਆਂ ਬੜੇ ਸ਼ੌਕ ਨਾਲ ਨਹੀਂ ਪੜ੍ਹਦੇ ਰਹੇ ਹਾਂ। ਬੇਸਿਕਲੀ ਪ੍ਰਵੀਨ ਜੀ, ਮੈਂ ਤਾਂ ਲੇਖਕ ਹੀ ਸੀਗਾ, ਮੇਰੇ ਹਾਲਾਤ ਹੀ ਇੱਧਰ ਲੈ ਆਏ ਤੁਹਾਡੇ ਨਾਲ ਮੈਨੂੰ। ਅੱਛਾ ਬੇਸਿਕਲੀ ਜੀ, ਤਾਂ ਮੈਂ ਲੇਖਕ ਹੀ ਸੀਗਾ ਨਹੀਂ, ਨਾ ਜੀ। ਨਹੀਂ ਚਲੋ ਬੰਦਾ ਜਿੱਥੇ ਵੀ ਆ ਥੋੜਾ-ਥੋੜਾ, ਉਹ ਥੋੜਾ-ਥੋੜਾ ਲੇਖਕ ਮਾਰ ਲਿਆ ਮੈਂ ਆਪਣੇ ਵਿੱਚ ਨਾ। ਜੀ, 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 ਜੀ। ਚਲੋ ਇਸ ਤਰ੍ਹਾਂ ਹੀ ਲਿਖਤਾਂ ਲਿਖਦੇ ਰਹੋ, ਤੁਹਾਡੀਆਂ ਲਿਖਤਾਂ ਨੇ ਬਹੁਤ ਲੋਕਾਂ ਨੂੰ ਸੇਧ ਦਿੱਤੀ ਹੈ, ਚੰਗੀਆਂ ਕਲਮਾਂ ਸਮਾਜ ਦੇ ਵਿੱਚ ਚਾਹੀਦੀਆਂ ਨੇ ਮਿੰਟੂ ਜੀ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।